हाँ जी प्यारे दोस्तों, प्यार भरी सत श्री अकाल कबूल करियो। वाहिगुरु जी का खालसा, श्री वाहिगुरु जी की फतेह। सत श्री अकाल। मेरे प्यारे दोस्तों, मैं हर वीडियो विच हर एक भाग विच एक ਤੁਹਾਨੂੰ ਉਦੇਸ਼ ਦੇਣ ਦੀ, ਇੱਕ ਤੁਹਾਨੂੰ ਜਾਣਕਾਰੀ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਦਾ ਕਿ ਤੁਸੀਂ ਆਪਣੇ ਭਾਰਤ ਦੇ ਸੰਵਿਧਾਨ ਪ੍ਰਤੀ, ਆਪਣੇ ਮੌਲਿਕ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਸਕੋ। ਸੋ ਦੋਸਤੋ, ਮੇਰੀ ਵੀਡੀਓ ਬਣਾਉਣ ਦਾ ਮਕਸਦ ਇਹੀ ਹੁੰਦਾ ਕਿ ਤੁਹਾਨੂੰ ਤੁਹਾਡੇ ਆਪਣੇ ਮੌਲਿਕ ਅਧਿਕਾਰਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਹੋ ਸਕੇ ਕਿ ਤੁਹਾਡੇ ਆਪਣੇ ਅਧਿਕਾਰ ਇਸ ਭਾਰਤ ਸੰਬੰਧੀ ਕੀ ਨੇ ਤੇ ਇਸ ਭਾਰਤ ਦੇ ਸੰਵਿਧਾਨ ਪ੍ਰਤੀ ਤੁਹਾਡੇ ਕੀ ਮੌਲਿਕ ਅਧਿਕਾਰ ਨੇ। ਸੋ ਅਸੀਂ ਉਹਨਾਂ ਅਧਿਕਾਰਾਂ ਤੋਂ ਵਾਂਝੇ ਰਹਿ ਰਹੇ ਹਾਂ ਜੋ ਸਾਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਨੇ ਇਸ ਭਾਰਤ ਦੇ ਸੰਵਿਧਾਨ ਵਿੱਚ ਲੈ ਕੇ ਦਿੱਤੇ ਨੇ। ਸੋ ਮੈਂ ਬਾਰ-ਬਾਰ ਇਹੀ ਅਪੀਲ ਕਰਦਾ, ਇਹੀ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹੁੰਦਾ ਕਿ ਭਾਰਤ ਦਾ ਸੰਵਿਧਾਨ ਕਿਸੇ ਜਾਤੀ, ਕਿਸੇ ਮਜ਼ਹਬ ਜਾਂ ਕਿਸੇ ਧਰਮ ਦਾ ਨਹੀਂ। ਇਹ ਭਾਰਤ ਦਾ ਸੰਵਿਧਾਨ ਤੁਹਾਡੇ ਆਪਣੇ ਮੌਲਿਕ ਅਧਿਕਾਰਾਂ ਦਾ ਹੈ, ਜੋ ਅਧਿਕਾਰ ਤੁਹਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਇਸ ਭਾਰਤ ਦੇ ਸੰਵਿਧਾਨ ਵਿੱਚ ਲੈ ਕੇ ਦਿੱਤੇ ਨੇ। ਇਹ ਭਾਰਤ ਦੇ ਸੰਵਿਧਾਨ ਦਾ ਜਨਮ ਤੁਹਾਡੇ ਆਪਣੇ ਲੋਕਾਂ ਲਈ ਹੋਇਆ ਤਾਂ ਕਿ ਤੁਹਾਡੇ ਜੀਵਨ ਨੂੰ ਇੱਕ ਦਿਸ਼ਾ ਨਿਰਦੇਸ਼ ਦੇ ਸਕੇ ਕਿ ਤੁਹਾਡੇ ਮੌਲਿਕ ਅਧਿਕਾਰਾਂ ਪ੍ਰਤੀ ਤੁਹਾਨੂੰ ਜਾਗਰੂਕ ਕਰਵਾ ਸਕੇ। ਪਿਆਰੇ ਵੀਰੋ, ਇਸ ਭਾਰਤ ਦੇ ਸੰਵਿਧਾਨ ਤੋਂ ਵਾਂਝੇ ਨਾ ਰਹੋ। ਜੋ ਇਸ ਸੰਵਿਧਾਨ ਦੇ ਅੰਦਰ ਤੁਹਾਡੇ ਮੌਲਿਕ ਅਧਿਕਾਰ ਦਿੱਤੇ ਨੇ ਉਹਨਾਂ ਤੋਂ ਵਾਂਝੇ ਨਾ ਰਹੋ। ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ ਇੱਕ ਵਧੀਆ ਜ਼ਿੰਦਗੀ ਦੇਣ ਦੀ ਕੋਸ਼ਿਸ਼ ਕਰੋ। ਇਸ ਭਾਰਤ ਦੇ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਸ ਨੂੰ ਪੜ੍ਹੋ, ਜਾਣਕਾਰੀ ਮੁਹੱਈਆ ਕਰਾਓ ਤੇ ਕਰੋ ਵੀ, ਕਰਵਾਓ ਵੀ। ਇਸ ਨੂੰ ਪੜ੍ਹੋ ਤੇ ਅੱਗੇ ਇਸ ਦਾ ਗਿਆਨ ਵੀ ਵੰਡੋ ਤਾਂ ਕਿ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਪਤਾ ਲੱਗ ਸਕੇ ਕਿ ਭਾਰਤ ਦੇ ਸੰਵਿਧਾਨ ਨੂੰ ਬਣਾਉਣ ਦੀ ਲੋੜ ਕਿਉਂ ਪਈ ਸੀ ਤੇ ਕਿਉਂ ਇਸ ਭਾਰਤ ਦੇ ਸੰਵਿਧਾਨ ਦੇ ਅੰਦਰ ਤੁਹਾਡੇ ਮੌਲਿਕ ਅਧਿਕਾਰਾਂ ਦਾ ਜ਼ਿਕਰ ਡਾਕਟਰ BR ਅੰਬੇਦਕਰ ਜੀ ਨੇ ਕੀਤਾ। ਸੋ ਅਸੀਂ ਹੁਣ ਤੱਕ ਜਿੰਨਾ ਵੀ ਤੁਹਾਨੂੰ ਭਾਰਤ ਦਾ ਸੰਵਿਧਾਨ ਪੜ੍ਹ ਕੇ ਸੁਣਾਇਆ, ਮੈਂ ਉਮੀਦ ਕਰਦਾ ਕਿ ਤੁਸੀਂ ਉਸ ਪ੍ਰਤੀ ਜਾਗਰੂਕ ਹੋਏ ਹੋਵੋਗੇ ਕਿ ਤੁਹਾਨੂੰ ਕੁਝ ਜਾਣਕਾਰੀਆਂ ਮਿਲੀਆਂ ਹੋਣਗੀਆਂ ਤੇ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਸੋ ਅਗਰ ਤੁਹਾਨੂੰ ਮੇਰੀ ਵਿਚਾਰਾਂ ਰਾਹੀਂ ਜਾਂ ਮੇਰੇ ਅਨੁਵਾਦ ਰਾਹੀਂ ਜਾਂ ਭਾਰਤ ਦਾ ਸੰਵਿਧਾਨ ਪੜ੍ਹ ਕੇ ਸੁਣਾਉਂਦੇ ਸਮੇਂ ਮੇਰੀ ਵੀਡੀਓ ਤੋਂ ਜਾਂ ਮੇਰੇ ਵਿਚਾਰਾਂ ਤੋਂ ਸੰਤੁਸ਼ਟੀ ਹੋਈ ਹੋਵੇ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੈਨੂੰ ਤੁਹਾਡਾ ਪਿਆਰ ਤੇ ਤੁਹਾਡੀਆਂ ਦੁਆਵਾਂ ਮਿਲਦੀਆਂ ਰਹਿਣ। ਮੈਂ ਵੱਧ ਤੋਂ ਵੱਧ ਉਤਸ਼ਾਹ, ਪਿਆਰ ਨਾਲ, ਹੌਸਲੇ ਨਾਲ ਇਸ ਭਾਰਤ ਦੇ ਸੰਵਿਧਾਨ ਬਾਰੇ ਹੋਰ ਮੁੱਢਲੀਆਂ ਜਾਣਕਾਰੀਆਂ ਤੁਹਾਨੂੰ ਦਿੰਦਾ ਰਹਾਂ। ਆਓ ਅੱਜ ਅਸੀਂ ਭਾਗ ਪੜ੍ਹਦੇ ਹਾਂ 6ਵਾਂ ਕਿ ਰਾਜ ਪ੍ਰਤੀ, ਸਾਡੇ ਰਾਜ ਪ੍ਰਤੀ ਸਾਡੇ ਕੀ ਅਧਿਕਾਰ ਨੇ। ਆਪਾਂ ਆਰਟੀਕਲ 148 ਨੰਬਰ ਤੱਕ ਪੜ੍ਹ ਚੁੱਕੇ ਹਾਂ। ਅੱਗੇ 48, 49, 50 ਤੱਕ ਸਾਡਾ ਹੋ ਗਿਆ ਜੀ। ਅੱਗੇ ਪੜ੍ਹਦੇ ਹਾਂ ਜੀ 152 ਨੰਬਰ ਆਰਟੀਕਲ। ਇਸ ਵਿੱਚ ਭਾਗ 6ਵਾਂ ਜੀ, ਰਾਜ ਅਧਿਆਇ ਪਹਿਲਾ ਜੀ, ਸਧਾਰਨ ਮੀਨਜ਼ ਇੱਕ ਸਧਾਰਨ ਅਧਿਕਾਰ ਕਹਿੰਦੇ ਨੇ। ਇੱਥੇ ਰਾਜ ਸ਼ਬਦ ਦੇ ਤਹਿਤ ਜੰਮੂ ਕਸ਼ਮੀਰ ਰਾਜ ਨਹੀਂ ਹੈ। ਮੀਨਜ਼ ਅਗਰ ਤੁਸੀਂ ਇੱਥੇ ਰਾਜ ਦਾ ਅਰਥ ਸਮਝੋ ਤਾਂ ਜੰਮੂ ਕਸ਼ਮੀਰ ਰਾਜ ਨਹੀਂ ਹੈ। ਅਧਿਆਇ ਦੂਜਾ, ਕਾਰਜਪਾਲਿਕਾ ਤੇ ਰਾਜਪਾਲ, ਆਰਟੀਕਲ 153 ਨੰਬਰ। ਰਾਜਾਂ ਦੇ ਰਾਜਪਾਲ ਕਿੱਦਾਂ ਨਿਯੁਕਤ ਹੁੰਦੇ ਨੇ ਜੀ? ਉਹਨਾਂ ਦੇ ਤਨਖਾਹ ਸੰਬੰਧੀ, ਉਹਨਾਂ ਦੇ ਵੇਤਨ ਸੰਬੰਧੀ, ਉਹਨਾਂ ਦੀਆਂ ਸ਼ਕਤੀਆਂ ਪ੍ਰਤੀ ਉਹਨਾਂ ਦੇ ਕੀ ਅਧਿਕਾਰ ਹੁੰਦੇ ਨੇ ਉਹ ਤੁਹਾਨੂੰ ਆਰਟੀਕਲ 153 ਤੋਂ ਲੈ ਕੇ ਜੀ 162 ਤੱਕ ਦੇਖਣ ਨੂੰ ਮਿਲਣਗੇ। ਸੋ ਆਓ ਪੜ੍ਹਦੇ ਹਾਂ ਅਸੀਂ ਆਰਟੀਕਲ 153 ਨੰਬਰ। ਹਰੇਕ ਰਾਜ ਲਈ ਇੱਕ ਰਾਜਪਾਲ ਹੋਵੇਗਾ। ਇੱਕ ਵਿਅਕਤੀ ਨੂੰ 2 ਸੂਬਿਆਂ ਜਾਂ ਵੱਧ ਦਾ ਰਾਜਪਾਲ ਬਣਾਉਣ ਤੇ ਕੋਈ ਰੋਕ ਨਹੀਂ ਹੋਵੇਗੀ। ਜੋ ਸਾਡੇ ਭਾਰਤ ਦੇ ਰਾਜ ਨੇ ਜੀ, ਉਸ ਰਾਜ ਦਾ ਇੱਕ ਰਾਜਪਾਲ ਹੋਵੇਗਾ ਤੇ ਇੱਕ ਵਿਅਕਤੀ ਨੂੰ 2 ਸੂਬਿਆਂ ਜਾਂ ਉਸ ਤੋਂ ਵੱਧ ਸੂਬਿਆਂ ਦਾ ਰਾਜਪਾਲ ਬਣਾਉਣ ਤੇ ਕੋਈ ਰੋਕ ਨਹੀਂ ਹੈ। ਅਗਰ ਉਹ ਕਿਸੇ ਹੋਰ ਸੂਬੇ ਦਾ ਵੀ ਰਾਜਪਾਲ ਬਣਨ ਦੀ ਹੈਸੀਅਤ ਰੱਖਦਾ ਜਾਂ ਉਹਦੀ ਪੜ੍ਹਾਈ ਜਾਂ ਉਹਦਾ ਅਹੁਦਾ ਇੰਨਾ ਕੁ ਮਹੱਤਵਪੂਰਨ ਹੈ ਕਿ ਉਹ ਕਿਸੇ ਹੋਰ ਰਾਜ ਦਾ ਵੀ ਰਾਜਪਾਲ ਬਣ ਸਕਦਾ ਤਾਂ ਉਸ ਨੂੰ ਕਿਸੇ ਹੋਰ ਰਾਜ ਦਾ ਵੀ ਰਾਜਪਾਲ ਨਿਯੁਕਤ ਕੀਤਾ ਜਾਂਦਾ। ਜਿਵੇਂ ਸਾਡੇ ਪੰਜਾਬ ਦੀ ਸਰਕਾਰ ਦੇ ਉੱਪਰ ਇੱਕ ਰਾਜਪਾਲ ਬਹਿੰਦਾ, ਸਾਡੇ ਰਾਜ ਦਾ ਇੱਕ ਰਾਜਪਾਲ ਬਹਿੰਦਾ, ਉਸੇ ਤਰ੍ਹਾਂ ਹੀ ਅਸੀਂ ਰਾਜਪਾਲ ਨਿਯੁਕਤ ਕਰਦੇ ਹਾਂ ਰਾਜਾਂ ਲਈ। ਆਰਟੀਕਲ 154 ਨੰਬਰ ਕਹਿੰਦਾ ਜੀ, ਰਾਜ ਦੀ ਕਾਰਜਪਾਲਿਕਾ ਸ਼ਕਤੀ ਰਾਜਪਾਲ ਕੋਲ ਹੋਵੇਗੀ ਜਿਸ ਦੀ ਵਰਤੋਂ ਇਸ ਸੰਵਿਧਾਨ ਦੇ ਤਹਿਤ ਖੁਦ ਜਾਂ ਆਪਣੇ ਅਧੀਨ ਅਧਿਕਾਰੀਆਂ ਦੁਆਰਾ ਕਰੇਗਾ।
ਰਾਜਪਾਲ ਦੀਆਂ ਜੋ ਕਾਰਜ ਸ਼ਕਤੀਆਂ ਹੁੰਦੀਆਂ ਨੇ ਜੀ ਉਹ ਰਾਜਪਾਲ ਕੋਲ ਹੀ ਹੁੰਦੀਆਂ ਨੇ। ਉਹ ਸੰਵਿਧਾਨ ਦੇ ਅਨੁਸਾਰ ਹੀ ਚੱਲ ਕੇ ਉਹ ਆਪਣੀਆਂ ਸ਼ਕਤੀਆਂ ਦਾ ਖੁਦ ਇਸਤੇਮਾਲ ਕਰ ਸਕਦਾ ਹੈ ਤੇ ਉਹਨਾਂ ਦੁਆਰਾ ਆਪਣੇ ਜੋ ਅਧਿਕਾਰਾਂ ਹੁੰਦੀਆਂ ਨੇ ਜਾਂ ਸ਼ਕਤੀਆਂ ਹੁੰਦੀਆਂ ਨੇ ਉਹਨਾਂ ਦੁਆਰਾ ਕੋਈ ਕਾਨੂੰਨ ਤੈਅ ਕਰ ਸਕਦਾ। ਆਰਟੀਕਲ 155 ਨੰਬਰ ਜੀ, ਰਾਜ ਦੇ ਰਾਜਪਾਲ ਨੂੰ ਰਾਸ਼ਟਰਪਤੀ ਨਿਯੁਕਤ ਕਰੇਗਾ। ਜੋ ਸਾਡਾ ਰਾਜਪਾਲ ਹੁੰਦਾ ਜੀ ਉਹਨੂੰ ਅਹੁਦੇ ਲਈ ਰਾਸ਼ਟਰਪਤੀ ਚੁਣਦਾ ਵਾ। ਆਰਟੀਕਲ 156 ਨੰਬਰ ਕਹਿੰਦਾ ਜੀ ਰਾਸ਼ਟਰਪਤੀ ਦੀ ਮਰਜ਼ੀ ਖੁਸ਼ੀ ਹੀ ਉਹ ਰਾਜਪਾਲ ਦੇ ਅਹੁਦੇ ਤੇ ਰਹਿ ਸਕਦਾ। ਰਾਸ਼ਟਰਪਤੀ ਦੀ ਖੁਸ਼ੀ ਤੇ ਸਹਿਮਤੀ ਅਨੁਸਾਰ ਹੀ ਸਾਡੇ ਰਾਜ ਦਾ ਰਾਜਪਾਲ ਆਪਣੇ ਅਹੁਦੇ ਤੇ ਰਹਿ ਸਕਦਾ ਜੀ। ਆਰਟੀਕਲ ਨੰਬਰ 156 ਦੇ ਵਿੱਚ ਇਹ ਤੁਹਾਨੂੰ ਭਾਰਤ ਦੇ ਸੰਵਿਧਾਨ ਪ੍ਰਤੀ ਜਾਂ ਰਾਜਾਂ ਪ੍ਰਤੀ ਤੁਹਾਡੇ ਰਾਜਪਾਲ ਦੀ ਜਾਂ ਕਿੱਦਾਂ ਚੋਣ ਮੰਡਲ ਰਾਹੀਂ ਚੋਣਾਂ ਹੁੰਦੀਆਂ ਨੇ ਜਾਂ ਰਾਜਪਾਲ ਦੇ ਕੀ ਅਧਿਕਾਰ ਨੇ ਉਹ ਇਸ ਭਾਰਤ ਦੇ ਸੰਵਿਧਾਨ ਦੇ ਆਰਟੀਕਲ ਨੰਬਰ 156 ਵਿੱਚ ਤੁਸੀਂ ਪੜ੍ਹ ਵੀ ਸਕਦੇ ਹੋ। ਰਾਜਪਾਲ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਦੇ ਸਕੇਗਾ। ਉਸ ਦੇ ਅਹੁਦੇ ਦੀ ਮਿਆਦ 5 ਸਾਲ ਦੀ ਹੋਵੇਗੀ। ਜੋ ਸਾਡੇ ਭਾਰਤ ਦੇ ਰਾਜ ਦਾ ਰਾਜਪਾਲ ਆ ਉਹਦੇ ਅਹੁਦੇ ਦੀ ਮਿਆਦ 5 ਸਾਲ ਦੀ ਹੋਵੇਗੀ ਜੀ। ਉਹ ਆਪਣਾ ਅਸਤੀਫਾ ਅਗਰ ਪਹਿਲਾਂ ਵੀ ਦੇਣਾ ਵਾ ਜਾਂ ਆਪਣੇ ਪੂਰੇ ਮਿਆਦ ਕਾਰਜਕਾਲ ਦੇਣਾ ਵਾ ਉਹਦਾ ਜੋ ਮਿਆਦ ਦਾ ਕਾਰਜਕਾਲ ਆ ਜੀ 5 ਸਾਲ ਦਾ ਹੁੰਦਾ। 5 ਸਾਲ ਕਾਰਜ ਪੂਰਾ ਹੋਣ ਤੇ ਉਹ ਆਪਣਾ ਜੋ ਉਹਦਾ ਅਸਤੀਫਾ ਹੁੰਦਾ ਉਹ ਰਾਸ਼ਟਰਪਤੀ ਨੂੰ ਸੌਂਪ ਦਿੰਦਾ ਵਾ। ਪਰ ਆਪਣੇ ਅਹੁਦੇ ਦੀ ਮਿਆਦ ਖਤਮ ਹੋਣ ਉਪਰੰਤ ਉਹ ਤਦ ਤੱਕ ਆਪਣੇ ਅਹੁਦੇ ਪਦ ਤੇ ਬਣਿਆ ਰਹੇਗਾ ਜਦ ਤੱਕ ਉਸ ਦਾ ਉੱਤਰਾਧਿਕਾਰੀ ਪਦ ਗ੍ਰਹਿਣ ਨਹੀਂ ਕਰ ਲੈਂਦਾ। ਜਦੋਂ ਸਾਡੇ ਰਾਜ ਦੇ ਰਾਜਪਾਲ ਦਾ ਜੀ ਕਾਰਜਕਾਲ ਪੂਰਾ ਹੋ ਜਾਂਦਾ ਉਹਦੀਆਂ ਸਭਾਵਾਂ 5 ਸਾਲ ਦੀਆਂ ਪੂਰੀਆਂ ਹੋ ਜਾਂਦੀਆਂ ਨੇ ਉਹ ਉਨਾ ਚਿਰ ਆਪਣੇ ਅਹੁਦੇ ਤੇ ਬੈਠਾ ਰਹਿੰਦਾ ਜਿੰਨਾ ਟਾਈਮ ਉਸਦੇ ਅਹੁਦੇ ਤੇ ਕੋਈ ਹੋਰ ਬੰਦਾ ਨਿਯੁਕਤ ਨਹੀਂ ਕਰ ਲਿਆ ਜਾਂਦਾ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 157। ਕੋਈ ਵਿਅਕਤੀ ਰਾਜਪਾਲ ਨਿਯੁਕਤ ਹੋਣ ਦਾ ਪਾਤਰ ਤਦ ਤੱਕ ਨਹੀਂ ਹੋਵੇਗਾ ਜੇ ਉਹ ਭਾਰਤ ਦਾ ਨਾਗਰਿਕ ਹੈ ਤਾਂ 35 ਸਾਲ ਦੀ ਉਮਰ ਪੂਰੀ ਕਰ ਚੁੱਕਾ ਹੋਵੇ। ਅਗਰ ਕਿਸੇ ਵਿਅਕਤੀ ਨੇ ਭਾਰਤ ਦਾ ਰਾਜਪਾਲ ਜਿਸ ਨੂੰ ਰਾਸ਼ਟਰਪਤੀ ਨਿਯੁਕਤ ਕਰਦਾ ਜੀ ਉਸ ਨੂੰ ਰਾਜਪਾਲ ਦੇ ਪਦ ਤੇ ਰਹਿਣ ਦੀ ਖਾਤਰ ਪਹਿਲਾਂ ਤਾਂ ਉਹਨੂੰ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ ਤੇ ਉਸ ਦੀ ਉਮਰ 35 ਸਾਲ ਉਮਰ ਤੋਂ ਉੱਪਰ ਹੋਣੀ ਚਾਹੀਦੀ ਹੈ। ਮੀਨ ਜੋ 35 ਸਾਲ ਦੀ ਉਮਰ ਪੂਰੀ ਕਰ ਚੁੱਕਾ ਹੋਵੇ। ਮੀਨ ਜੋ ਉਹਨੂੰ ਇੱਕ ਤਜਰਬਾ ਵੀ ਹੋਵੇ ਰਾਜਪਾਲ ਦੀ ਅਹੁਦੇ ਦਾ ਤਾਂ ਹੀ ਉਹ ਰਾਜਪਾਲ ਬਣ ਸਕਦਾ। ਆਰਟੀਕਲ 158 ਨੰਬਰ ਕਹਿੰਦਾ ਜੀ ਰਾਜਪਾਲ ਦੇ ਸੰਸਦ ਦੇ ਕਿਸੇ ਸਦਨ ਜਾਂ ਵਿਧਾਨ ਮੰਡਲ ਦੇ ਕਿਸੇ ਸਦਨ ਦਾ ਮੈਂਬਰ ਨਹੀਂ ਹੋਵੇਗਾ। ਜੇ ਹੋਵੇ ਤਾਂ ਪਦ ਗ੍ਰਹਿਣ ਕਰਨ ਤੋਂ ਪਹਿਲਾਂ ਉਸ ਨੂੰ ਆਪਣੀ ਅਜਿਹੀ ਮੈਂਬਰੀ ਛੱਡਣ ਪਵੇਗੀ। ਅਗਰ ਰਾਜਪਾਲ ਸੰਸਦ ਦੇ ਕਿਸੇ ਸਦਨ ਜਾਂ ਰਾਜ ਦੇ ਵਿਧਾਨ ਮੰਡਲ ਦਾ ਮੈਂਬਰ ਹੋਵੇਗਾ ਤਾਂ ਉਹ ਜੀ ਰਾਜਪਾਲ ਨਹੀਂ ਬਣ ਸਕਦਾ। ਅਗਰ ਉਸਨੇ ਰਾਜਪਾਲ ਬਣਨਾ ਤਾਂ ਉਸ ਨੂੰ ਰਾਜ ਦੀ ਵਿਧਾਨ ਸਭਾ ਜਾਂ ਸੰਸਦ ਦੇ ਵਿਧਾਨ ਸਭਾ ਦੇ ਵਿੱਚ ਆਪਣੀ ਮੈਂਬਰੀ ਪਦ ਤਿਆਗਣਾ ਪਊਗਾ ਤੇ ਤਾਂ ਹੀ ਉਹ ਰਾਜ ਦਾ ਰਾਜਪਾਲ ਪਦ ਗ੍ਰਹਿਣ ਕਰ ਸਕਦਾ ਜੀ। ਉਹ ਹੋਰ ਕੋਈ ਲਾਭ ਦਾ ਅਹੁਦਾ ਗ੍ਰਹਿਣ ਨਹੀਂ ਕਰੇਗਾ। ਰਾਜਪਾਲ ਬਿਨਾਂ ਕਿਰਾਇਆ ਦਿੱਤੇ ਆਪਣੇ ਸ਼ਾਸਕੀ ਨਿਵਾਸ ਦੀ ਵਰਤੋਂ ਕਰ ਸਕੇਗਾ। ਜਿੰਨਾ ਚਿਰ ਜੀ ਉਹ ਰਾਜਪਾਲ ਆ ਉਹ ਕੋਈ ਹੋਰ ਅਹੁਦਾ ਨਹੀਂ ਲੈ ਸਕਦਾ। ਜਿੰਨਾ ਚਿਰ ਉਹ ਰਾਜਪਾਲ ਹੈ ਇਸ ਦਾ ਕਾਰਜਕਾਲ ਚਲਾ ਰਿਹਾ ਉਹ ਬਿਨਾਂ ਕਿਰਾਇਆ ਦਿੱਤੇ ਸ਼ਾਸਕੀ ਨਿਵਾਸ ਸਥਾਨ ਤੇ ਜਾਂ ਸਰਕਾਰ ਦੁਆਰਾ ਜੋ ਉਹਨਾਂ ਨੂੰ ਸਰਕਾਰੀ ਪਲਾਟ ਦਿੱਤੇ ਜਾਂਦੇ ਨੇ ਜਾਂ ਸਰਕਾਰੀ ਕੋਠੀਆਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਵਿੱਚ ਨਿਵਾਸ ਕਰ ਸਕਦਾ ਬਿਨਾਂ ਕਿਰਾਇਆ ਤੇ। ਉਸ ਦੇ ਵੇਤਨ ਭੱਤੇ ਵਿਸ਼ੇਸ਼ ਅਧਿਕਾਰ ਸੰਸਦ ਦੁਆਰਾ ਕੀਤੇ ਜਾਂਦੇ। ਜੋ ਰਾਜ ਦੇ ਰਾਜਪਾਲ ਦੀ ਤਨਖਾਹ ਹੁੰਦੀ ਆ ਜੀ ਉਹਦੇ ਭੱਤੇ ਹੁੰਦੇ ਨੇ ਉਹ ਸੰਸਦ ਦੇ ਕਾਨੂੰਨਾਂ ਰਾਹੀਂ ਤੈਅ ਕੀਤੇ ਜਾਂਦੇ ਨੇ ਜੀ। ਰਾਜਪਾਲ ਦੇ ਲਾਭ ਅਤੇ ਭੱਤੇ ਉਸ ਦੇ ਪਦ ਤੇ ਰਹਿੰਦਿਆਂ ਘੱਟ ਨਹੀਂ ਕੀਤੇ ਜਾਣਗੇ। ਜਦੋਂ ਰਾਜਪਾਲ ਆਪਣੇ ਅਹੁਦੇ ਤੇ ਬੈਠਾ ਜੋ ਵੀ ਉਹਨੂੰ ਲਾਭ ਜਾਂ ਭੱਤੇ ਜਾਂ ਤਨਖਾਹਾਂ ਮਿਲਦੀਆਂ ਨੇ ਉਹ ਘੱਟ ਨਹੀਂ ਕੀਤੀਆਂ ਜਾ ਸਕਦੀਆਂ ਜਿੰਨਾ ਚਿਰ ਉਹ ਆਪਣੇ ਅਹੁਦੇ ਤੇ ਆ ਜੀ। ਆਪਣਾ ਪਦ ਗ੍ਰਹਿਣ ਕਰਨ ਤੋਂ ਪਹਿਲਾਂ ਉਸ ਰਾਜ ਦੇ ਹਾਈ ਕੋਰਟ ਦੇ ਮੁੱਖ ਜੱਜ ਸਾਹਮਣੇ ਸਹੁੰ ਲੈਣੀ ਪੈਂਦੀ ਹੈ ਕਿ ਉਹ ਆਪਣਾ ਕੰਮ ਸੰਵਿਧਾਨਕ ਨਿਯਮਾਂ ਅਨੁਸਾਰ ਕਰੇਗਾ। ਜਦੋਂ ਭਾਰਤ ਦਾ ਰਾਜਪਾਲ ਚੁਣ ਲਿਆ ਜਾਂਦਾ ਤਾਂ ਉਸ ਨੂੰ ਹਾਈ ਕੋਰਟ ਦੇ ਜੱਜ ਸਾਹਮਣੇ ਸਹੁੰ ਖਾਣੀ ਪੈਂਦੀ ਹੈ ਕਿ ਉਹ ਆਪਣਾ ਕੰਮਕਾਜ ਪੂਰੀ ਨਿਆਂ ਪ੍ਰਣਾਲੀ ਨਾਲ ਕਰੇਗਾ ਤੇ ਇਸ ਭਾਰਤ ਦੇ ਸੰਵਿਧਾਨ ਅਨੁਸਾਰ ਆਪਣੇ ਅਹੁਦਿਆਂ ਦੀ ਵਰਤੋਂ ਕਰੇਗਾ। ਜੋ ਇਸ ਭਾਰਤ ਦੇ ਸੰਵਿਧਾਨ ਅੰਦਰ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਜੋ ਸ਼ਕਤੀਆਂ ਦਿੱਤੀਆਂ ਨੇ ਜੀ ਉਹੀ ਸ਼ਕਤੀਆਂ ਦੀ ਉਹ ਵਰਤੋਂ ਕਰ ਸਕਦਾ। ਇਸ ਸੰਵਿਧਾਨ ਤੋਂ ਬਾਹਰ
ਉਹ ਕਿਸੇ ਸ਼ਕਤੀ ਦਾ ਪ੍ਰਯੋਗ ਨਹੀਂ ਕਰ ਸਕਦਾ। ਆਰਟੀਕਲ ਨੰਬਰ 160 ਨੰਬਰ ਕਹਿੰਦਾ ਜੀ ਅਚਾਨਕ ਜਾਂ ਸੰਕਟ ਦੀ ਸਥਿਤੀ ਵਿੱਚ ਰਾਜਪਾਲ ਆਪਣੇ ਫਰਜ਼ਾਂ ਦੇ ਪਾਲਣਾ ਲਈ ਆਪਣੇ ਵਿਵੇਕ ਅਨੁਸਾਰ ਕੰਮ ਕਰ ਸਕਦਾ। ਅਗਰ ਦੇਸ਼ ਤੇ ਕੋਈ ਸੰਕਟ ਜਾਂ ਰਾਜ ਦੇ ਪ੍ਰਤੀ ਕੋਈ ਸੰਕਟ ਆਉਂਦਾ ਤਾਂ ਰਾਜਪਾਲ ਆਪਣੇ ਫਰਜ਼ਾਂ ਦੀ ਪਾਲਣਾ ਕਰਦੇ ਹੋਏ ਆਪਣੇ ਵਿਵੇਕ ਅਨੁਸਾਰ ਆਪਣੀ ਸਮਰੱਥਾ ਅਨੁਸਾਰ ਕੰਮ ਕਰ ਸਕਦਾ, ਜੋ ਉਸਦੇ ਅਨੁਸਾਰ ਸ਼ਕਤੀਆਂ ਨੇ ਜਾਂ ਜੋ ਉਸ ਅਨੁਸਾਰ ਕੰਮ ਕਰਨ ਦੀ ਉਹਦੀ ਸਮਰੱਥਾ ਵਾ। ਆਰਟੀਕਲ ਨੰਬਰ 161 ਕਹਿੰਦਾ ਜੀ ਮਾਫੀ ਦੇਣ ਦੇ ਕੁਝ ਮਾਮਲਿਆਂ ਵਿੱਚ ਸਜ਼ਾ ਵੱਧ ਘੱਟ ਕਰਨ ਦੀ ਰਾਜਪਾਲ ਕੋਲ ਸ਼ਕਤੀ ਹੁੰਦੀ ਹੈ। ਅਗਰ ਰਾਜ ਜਿਵੇਂ ਸਾਡਾ ਪੰਜਾਬ ਦਾ ਰਾਜਪਾਲ ਆ ਜੀ, ਅਗਰ ਉਹਦੇ ਕੋਲ ਕੋਈ ਅਪੀਲ ਜਾਂਦੀ ਆ ਜਾਂ ਮਾਫੀ ਸੰਬੰਧੀ ਜਾਂ ਸਜ਼ਾ ਘੱਟ ਕਰਨ ਸੰਬੰਧੀ ਤਾਂ ਉਹਦੇ ਕੋਲ ਸ਼ਕਤੀ ਹੁੰਦੀ ਆ, ਉਹ ਸਜ਼ਾ ਘਟਾ ਵਧਾ ਸਕਦਾ ਜੀ। ਆਰਟੀਕਲ ਨੰਬਰ 162 ਨੰਬਰ ਕਹਿੰਦਾ ਜੀ ਇਸ ਸੰਵਿਧਾਨ ਦੇ ਨਿਯਮਾਂ ਅਧੀਨ ਰਹਿੰਦੇ ਹੋਏ ਰਾਜ ਦੀ ਕਾਰਜਪਾਲਕਾ ਸ਼ਕਤੀਆਂ ਦਾ ਵਿਸਤਾਰ ਉਹਨਾਂ ਵਿਸ਼ਿਆਂ ਲਈ ਹੋਵੇਗਾ ਜਿਸ ਦੇ ਸੰਬੰਧ ਵਿੱਚ ਉਸ ਰਾਜ ਦੇ ਵਿਧਾਨ ਮੰਡਲ ਨੂੰ ਕਾਨੂੰਨ ਬਣਾਉਣ ਦੀ ਸ਼ਕਤੀ ਹੋਵੇ। ਜੋ ਸਾਡੇ ਰਾਜ ਦੇ ਰਾਜਪਾਲ ਦੇ ਜੋ ਸ਼ਕਤੀਆਂ ਨੇ ਉਹ ਭਾਰਤ ਦੇ ਸੰਵਿਧਾਨ ਅਧੀਨ ਉਸ ਦੇ ਰਾਜ ਦੇ ਕਾਰਜਪਾਲਕਾ ਪ੍ਰਤੀ ਜੋ ਸ਼ਕਤੀਆਂ ਨੇ ਉਹਨਾਂ ਦਾ ਜੋ ਵੀ ਉਹ ਵਿਸਤਾਰ ਆ ਜੀ ਉਸ ਦੇ ਸੰਬੰਧ ਵਿੱਚ ਰਾਜ ਵਿਧਾਨ ਮੰਡਲਾਂ ਦੀਆਂ ਸ਼ਕਤੀਆਂ ਰਾਹੀਂ ਉਹ ਕਾਨੂੰਨ ਬਣਾ ਕੇ ਆਪਣੀਆਂ ਸ਼ਕਤੀਆਂ ਪ੍ਰਾਪਤ ਕਰਦਾ। ਮੀਨਜ਼ ਕਿ ਵਿਧਾਨ ਮੰਡਲ ਜੋ ਕਾਨੂੰਨ ਬਣਾਉਂਦਾ ਉਸ ਅਨੁਸਾਰ ਉਹਨੂੰ ਜੋ ਸ਼ਕਤੀਆਂ ਜਾਂ ਉਹਦੇ ਅਹੁਦਿਆਂ ਦੀ ਵਰਤੋਂ ਕਰਨ ਲਈ ਅਧਿਕਾਰ ਦਿੱਤੇ ਜਾਂਦੇ ਨੇ ਉਹ ਅਧਿਕਾਰਾਂ ਦੀ ਉਹ ਵਰਤੋਂ ਕਰ ਸਕਦਾ। ਪਿਆਰੇ ਦੋਸਤੋ ਮੈਂ ਤੁਹਾਨੂੰ ਇਹ ਵੀ ਕਹਿਣਾ ਰਹਿਣਾ, ਅਗਰ ਤੁਸੀਂ ਮੇਰੇ ਸਮਝਾਏ ਜਾਂ ਮੇਰੀ ਵੀਡੀਓ ਰਾਹੀਂ ਸੰਤੁਸ਼ਟੀ ਨਹੀਂ ਹਾਸਲ ਕਰਦੇ ਜਾਂ ਤੁਹਾਨੂੰ ਲੱਗਦਾ ਕਿ ਸਾਨੂੰ ਇਸ ਆਰਟੀਕਲ ਦੀ ਸਮਝ ਨਹੀਂ ਆਈ ਤਾਂ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਮੇਰੀ YouTube ਚੈਨਲ ਥੱਲੇ ਕਿ ਮੈਨੂੰ ਇਸ ਟੌਪਿਕ ਬਾਰੇ ਜਾਂ ਇਸ ਆਰਟੀਕਲ ਨੰਬਰ ਬਾਰੇ ਸਹੀ ਜਾਣਕਾਰੀ ਮੁਹੱਈਆ ਕਰਵਾ ਦੇਵੋ ਤਾਂ ਅਸੀਂ ਤੁਹਾਨੂੰ ਉਸ ਆਰਟੀਕਲ ਨੂੰ ਦੁਬਾਰੇ ਵੀ ਪੜ੍ਹ ਕੇ ਸੁਣਾ ਦੇਵਾਂਗੇ। ਕੋਸ਼ਿਸ਼ ਕਰੋ ਕਿ ਖੁਦ ਇਸ ਭਾਰਤ ਦੇ ਸੰਵਿਧਾਨ ਨੂੰ ਆਪਣੇ ਘਰਾਂ 'ਚ ਲਿਆਵੋ ਤੇ ਆਪ ਪੜ੍ਹੋ ਤਾਂ ਕਿ ਤੁਹਾਡੇ ਮਨ ਨੂੰ ਵੀ ਸੰਤੁਸ਼ਟੀ ਹੋ ਸਕੇ ਕਿ ਇਸ ਭਾਰਤ ਦੇ ਸੰਵਿਧਾਨ ਵਿੱਚ ਤੁਹਾਡੀਆਂ ਮੁੱਢਲੀਆਂ ਕੀ ਲੋੜਾਂ ਨੇ ਤੇ ਤੁਹਾਡੇ ਮੁੱਢਲੇ ਅਧਿਕਾਰ ਕੀ ਨੇ ਤੇ ਤੁਸੀਂ ਆਪਣੇ ਮੌਲਿਕ ਅਧਿਕਾਰਾਂ ਪ੍ਰਤੀ ਸੁਚੇਤ ਹੋ ਸਕੋ। ਸੋ ਆਓ ਪੜ੍ਹਦੇ ਹਾਂ ਅੱਗੇ ਜੀ ਆਪਾਂ ਮੰਤਰੀ ਪਰਿਸ਼ਦ ਕਿੱਦਾਂ ਚੁਣੀ ਜਾਂਦੀ ਹੈ ਜੀ। ਆਰਟੀਕਲ ਨੰਬਰ 163 ਕਹਿੰਦਾ ਜੀ ਰਾਜਪਾਲ ਨੂੰ ਸਹਾਇਤਾ ਤੇ ਸਲਾਹ ਦੇਣ ਲਈ ਇੱਕ ਮੰਤਰੀ ਮੰਡਲ ਹੋਵੇਗਾ ਜਿਸ ਦਾ ਮੁਖੀ ਮੁੱਖ ਮੰਤਰੀ ਹੋਵੇਗਾ। ਜਿੱਦਾਂ ਸਾਡੇ ਪੰਜਾਬ ਦਾ ਮੁੱਖ ਮੰਤਰੀ ਹੁਣ ਸਰਦਾਰ ਚਰਨਜੀਤ ਸਿੰਘ ਚੰਨੀ ਨੇ, ਉਸੇ ਤਰ੍ਹਾਂ ਹੀ ਰਾਜਪਾਲ ਨੂੰ ਸਹਾਇਤਾ ਦੀ ਸਲਾਹ ਲਈ ਇੱਕ ਮੰਤਰੀ ਮੰਡਲ ਹੋਵੇਗਾ ਜਿਸ ਦਾ ਮੁੱਖ ਮੰਤਰੀ ਮੁਖੀ ਹੋਵੇਗਾ। ਜੋ ਸਾਡੇ ਰਾਜ ਦਾ ਰਾਜਪਾਲ ਆ ਉਹਨੂੰ ਸਲਾਹ ਦੇਣ ਲਈ ਇੱਕ ਮੰਤਰੀ ਮੰਡਲ ਹੋਵੇਗਾ। ਜਿਵੇਂ ਸਾਡੇ MLA ਨੇ MP ਨੇ ਹੈ ਨਾ ਜੀ, ਜੋ ਵੀ ਸਾਡੇ ਪੰਜਾਬ 'ਚ ਚੁਣ ਕੇ MLA ਸੀ ਭੇਜੇ ਨੇ ਉਹ ਮੁੱਖ ਮੰਤਰੀ ਹੇਠਾਂ ਕੰਮ ਕਰਦੇ ਨੇ ਤੇ ਮੁੱਖ ਮੰਤਰੀ ਉਸ ਦਾ ਮੁਖੀ ਹੁੰਦਾ ਜੋ ਰਾਜਪਾਲ ਨੂੰ ਸਲਾਹ ਦਿੰਦਾ ਉਹਦੇ ਆਪਣੇ ਅਹੁਦਿਆਂ ਸੰਬੰਧੀ ਜਾਂ ਉਹਦੇ ਕੰਮ ਕਰਨ ਦੀ ਸਮਰੱਥਾ ਸੰਬੰਧੀ ਸਲਾਹ ਦਿੰਦਾ ਜੀ। ਅੱਗੇ ਪੜ੍ਹਦੇ ਹਾਂ ਜੀ। ਜੇ ਕੋਈ ਸਵਾਲ ਉੱਠਦਾ ਹੈ ਕਿ ਕੋਈ ਵਿਸ਼ਾ ਅਜਿਹਾ ਹੈ ਜਿਸ ਬਾਰੇ ਸੰਵਿਧਾਨ ਦੁਆਰਾ ਜਾਂ ਇਸ ਦੇ ਅਧੀਨ ਰਾਜਪਾਲ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਆਪਣੇ ਵਿਵੇਕ ਅਨੁਸਾਰ ਕਾਰਜ ਕਰੇ ਤਾਂ ਰਾਜਪਾਲ ਦਾ ਵਿਵੇਕ ਅਨੁਸਾਰ ਕੀਤਾ ਗਿਆ ਫੈਸਲਾ ਅੰਤਮ ਹੋਵੇਗਾ। ਅਗਰ ਭਾਰਤ ਦੇ ਰਾਜਪਾਲ ਤੇ ਪੰਜਾਬ ਦੇ ਰਾਜ ਦੇ ਕੋਈ ਰਾਜਪਾਲ ਤੇ ਸਵਾਲ ਉੱਠਦਾ ਕਿ ਉਹ ਸੰਵਿਧਾਨ ਦੇ ਅਨੁਸਾਰ ਜਾਂ ਸੰਵਿਧਾਨ ਦੀਆਂ ਸ਼ਕਤੀਆਂ ਅਨੁਸਾਰ ਕੰਮ ਕਰਦੇ ਹਨ ਤਾਂ ਉਸ ਦੇ ਫੈਸਲੇ ਵਿੱਚ ਕੋਈ ਫੇਰ ਬਦਲ ਨਹੀਂ ਕਰ ਸਕਦਾ ਤੇ ਉਸ ਦਾ ਜੋ ਫੈਸਲਾ ਉਹ ਅੰਤਮ ਹੁੰਦਾ ਕਿਉਂਕਿ ਉਹਨੇ ਉਹੀ ਫੈਸਲੇ ਕਰੇ ਨੇ ਜੋ ਭਾਰਤ ਦੇ ਸੰਵਿਧਾਨ ਦੇ ਅਧੀਨ ਨੇ ਜਾਂ ਭਾਰਤ ਦੇ ਸੰਵਿਧਾਨ ਅਨੁਸਾਰ ਫੈਸਲੇ ਲੈ ਗਏ ਨੇ। ਅੱਗੇ ਪੜ੍ਹਦੇ ਹਾਂ ਜੀ। ਇਸ ਪ੍ਰਸ਼ਨ ਦੀ ਕਿਸੇ ਕੋਰਟ ਵਿੱਚ ਜਾਂਚ ਨਹੀਂ ਕੀਤੀ ਜਾਵੇਗੀ ਕਿ ਮੰਤਰੀਆਂ ਨੂੰ ਰਾਜਪਾਲ ਨੂੰ ਕੋਈ ਸਲਾਹ ਦਿੱਤੀ, ਜੇ ਦਿੱਤੀ ਉਹ ਸਲਾਹ ਕੀ ਸੀ। ਅਗਰ ਕੋਈ ਵੀ ਰਾਜਪਾਲ ਖਿਲਾਫ ਕੋਈ ਸ਼ਿਕਾਇਤ ਕਰਦਾ ਤਾਂ ਕੋਈ ਕੋਰਟ ਉਸ ਦੀ ਜਾਂਚ ਨਹੀਂ ਕਰੂਗੀ। ਰਾਜਪਾਲ ਨੂੰ ਕੋਈ ਸਲਾਹ ਨਹੀਂ ਦਿੱਤੀ ਜਾਊਗੀ। ਅਗਰ ਉਹ ਮੰਤਰੀ ਮੰਡਲ ਦੀ ਸਲਾਹ ਨਾਲ ਕੰਮ ਕਰਦਾ ਤਾਂ ਉਹ ਸਹੀ ਆ ਕਿਉਂਕਿ ਉਸਨੇ ਤੁਹਾਡੇ ਕੋਲੋਂ ਹੀ ਸਾਰਾ ਵਿਸਤਾਰ ਜਾਂ ਆਪਣੇ ਰੂਲਾਂ ਬਾਰੇ ਜੋ ਵੀ ਤੁਸੀਂ ਉਹਨੂੰ ਕਹਿੰਦੇ ਹੋ ਅਗਰ ਉਸ ਨੂੰ ਪੂਰਾ ਬਿਊਰਾ ਮਿਲ ਜਾਂਦਾ ਤਾਂ ਤੁਸੀਂ ਉਸਦੇ ਰਾਜਪਾਲ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦੇ। ਅੱਗੇ ਪੜ੍ਹਦੇ ਹਾਂ ਜੀ। ਆਰਟੀਕਲ ਨੰਬਰ 164
ਮੁੱਖ ਮੰਤਰੀ ਦੀ ਨਿਯੁਕਤੀ ਰਾਜਪਾਲ ਕਰੇਗਾ ਅਤੇ ਹੋਰ ਮੰਤਰੀਆਂ ਦੀ ਨਿਯੁਕਤੀ ਰਾਜਪਾਲ ਮੁੱਖ ਮੰਤਰੀ ਦੀ ਸਲਾਹ ਤੇ ਕਰੇਗਾ। ਜੋ ਸਾਡਾ ਅਸੀਂ MLA ਜਿਤਾ ਕੇ ਤੋਰਦੇ ਹਾਂ ਜਿਸ ਪਾਰਟੀ ਦੇ, ਤਾਂ ਉਹ ਬਹੁਮਤ ਰਾਹੀਂ ਇੱਕ ਮੁੱਖ ਮੰਤਰੀ ਨੂੰ ਜੋ ਨਿਯੁਕਤ ਕਰਦਾ, ਉਹ ਸਾਡੇ ਰਾਜ ਦਾ ਰਾਜਪਾਲ ਨਿਯੁਕਤ ਕਰਦਾ ਜੀ। ਫਿਰ ਉਹ ਰਾਜਪਾਲ ਤੇ ਮੁੱਖ ਮੰਤਰੀ ਮਿਲ ਕੇ ਆਪਣੇ ਮੰਤਰੀਆਂ ਦੀ ਸਲਾਹ ਕਰਦੇ ਨੇ ਕਿ ਸਾਡੇ ਮੰਤਰੀ ਮੰਡਲ ਵਿੱਚ ਕਿਹੜੇ ਕਿਹੜੇ ਮੰਤਰੀ ਹੋਣੇ ਚਾਹੀਦੇ ਨੇ। ਪਰੰਤੂ ਛੱਤੀਸਗੜ੍ਹ, ਝਾਰਖੰਡ ਦੇ ਮੱਧ ਪ੍ਰਦੇਸ਼ਾਂ, ਉੜੀਸਾ ਰਾਜਾਂ ਵਿੱਚ ਜਨਜਾਤਾਂ ਦੇ ਕਲਿਆਣ ਲਈ ਇੱਕ ਮੰਤਰੀ ਹੋਵੇਗਾ, ਜੋ ਨਾਲ ਹੀ SC BC ਦੇ ਕਲਿਆਣ ਦਾ ਕਿਸੇ ਹੋਰ ਕਾਰਜ ਦਾ ਵੀ ਮੁੱਖ ਮੰਤਰੀ ਹੋਵੇ। ਇਸ ਦੇ ਨਾਲ ਹੀ ਛੱਤੀਸਗੜ੍ਹ ਤੇ ਝਾਰਖੰਡ, ਮੱਧ ਪ੍ਰਦੇਸ਼ ਤੇ ਉੜੀਸਾ ਦੇ ਰਾਜ ਨੇ, ਜੋ ਉੱਥੇ ਜਨਜਾਤਾਂ ਦੇ ਕਲਿਆਣ ਲਈ ਇੱਕ ਮੰਤਰੀ ਹੋਵੇਗਾ, ਜੋ SC ਜਾਂ BC ਦੇ ਕਲਿਆਣ ਲਈ ਆਪਣਾ ਕਾਰਜ ਕਰੇਗਾ ਤੇ ਉਹ ਕਾਰਜ ਕਰਕੇ ਮੰਤਰੀ ਅਹੁਦੇ ਤੇ ਨਿਯੁਕਤ ਹੋ ਸਕਦਾ ਹੈ। ਕਿਸੇ ਰਾਜ ਦੇ ਮੁੱਖ ਮੰਤਰੀ ਮੰਡਲ ਵਿੱਚ ਮੁਖੀ ਸਮੇਤ ਮੰਤਰੀ ਸਮੇਤ ਮੰਤਰੀਆਂ ਦੀ ਕੁੱਲ ਸੰਖਿਆ ਉਸ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ 15% ਤੋਂ ਵਧੇਰੇ ਨਹੀਂ ਹੋਵੇਗੀ। ਕਿਸੇ ਰਾਜ ਦੇ ਮੰਤਰੀ ਮੰਡਲ ਵਿੱਚ ਮੁੱਖ ਮੰਤਰੀ ਸਮੇਤ ਮੰਤਰੀਆਂ ਦੀ ਕੁੱਲ ਸੰਖਿਆ ਉਸ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਦੇ ਆਧਾਰ ਤੇ 15% ਤੋਂ ਵਧੇਰੇ ਨਹੀਂ ਹੋਵੇਗੀ। ਪਰ ਕਿਸੇ ਰਾਜ ਵਿੱਚ ਮੁੱਖ ਮੰਤਰੀ ਮੰਤਰੀ ਸਮੇਤ ਮੰਤਰੀਆਂ ਦੀਆਂ ਗਿਣਤੀਆਂ 12 ਤੋਂ ਘੱਟ ਨਹੀਂ ਹੋਵੇਗੀ। ਰਾਜ ਦੇ ਮੁੱਖ ਮੰਤਰੀ ਨੇ ਜੀ ਮੰਤਰੀਆਂ ਸਮੇਤ ਜੋ ਮੰਤਰੀਆਂ ਦੀ ਗਿਣਤੀ ਹੁੰਦੀ ਆ ਉਹ 12 ਤੋਂ ਘੱਟ ਨਹੀਂ ਹੁੰਦੀ ਤੇ 12 ਤੋਂ ਵੱਧ ਨਹੀਂ ਹੁੰਦੀ। ਮੰਤਰੀ ਮੰਡਲ ਰਾਜ ਦੀ ਵਿਧਾਨ ਸਭਾ ਪ੍ਰਤੀ ਸਮੂਹਿਕ ਰੂਪ ਵਿੱਚ ਜ਼ਿੰਮੇਵਾਰ ਹੋਵੇਗਾ। ਜੋ ਮੰਤਰੀ ਮੰਡਲ ਆ ਰਾਜ ਵਿੱਚ ਜੋ ਵੀ ਕੰਮ ਕਰਦੇ ਨੇ, ਰਾਜ ਦੀ ਵਿਧਾਨ ਸਭਾ ਸਮੂਹਕ ਰੂਪ ਵਿੱਚ ਉਹ ਜ਼ਿੰਮੇਵਾਰ ਹੁੰਦੇ ਨੇ ਕਿ ਅਸੀਂ ਇਸ ਕੰਮ ਨੂੰ ਕਰ ਰਹੇ ਹਾਂ ਤੇ ਇਸ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ। ਕੋਈ ਮੰਤਰੀ ਜੋ ਲਗਾਤਾਰ 6 ਮਹੀਨੇ ਦੇ ਅਰਸੇ ਤੱਕ ਰਾਜ ਦੇ ਵਿਧਾਨ ਮੰਡਲ ਦਾ ਮੈਂਬਰ ਨਹੀਂ ਹੈ, ਉਸ ਅਰਸੇ ਦੀ ਸਮਾਪਤੀ ਦੇ ਮੰਤਰੀ ਨਹੀਂ ਰਹਿ ਸਕਦਾ। ਅਗਰ 6 ਮਹੀਨੇ ਦੇ ਅਰਸੇ ਤੱਕ ਰਾਜ ਦਾ ਵਿਧਾਨ ਮੰਡਲ ਦਾ ਕੋਈ ਮੰਤਰੀ ਲਗਾਤਾਰ ਮੈਂਬਰ ਨਹੀਂ 6 ਮਹੀਨੇ ਤੱਕ, ਤਾਂ ਉਹ ਅਰਸੇ ਦੀ ਸਮਾਪਤੀ ਤੇ ਮੰਤਰੀ ਨਹੀਂ ਰਹੇਗਾ। ਮੰਤਰੀਆਂ ਦੇ ਵੇਤਨ ਅਤੇ ਭੱਤੇ ਅਜਿਹੇ ਹੋਣਗੇ ਜੋ ਰਾਜ ਦੇ ਵਿਧਾਨ ਮੰਡਲ ਕਾਨੂੰਨ ਦੁਆਰਾ ਸਮੇਂ-ਸਮੇਂ ਤੈਅ ਕਰਦੇ। ਜੋ ਸਾਡੇ ਮੰਤਰੀਆਂ ਨੂੰ ਤਨਖਾਹਾਂ ਤੇ ਭੱਤੇ ਦਿੱਤੇ ਜਾਂਦੇ ਨੇ, MLA ਜਾਂ MLA ਮੰਤਰੀਆਂ ਨੂੰ, ਤਾਂ ਵਿਧਾਨ ਮੰਡਲ ਦੇ ਕਾਨੂੰਨਾਂ ਅਧੀਨ ਦਿੱਤੇ ਜਾਂਦੇ ਨੇ ਕਿ ਇਹਨਾਂ ਨੂੰ ਕਿੰਨੀ ਤਨਖਾਹ ਤੇ ਕਿੰਨੇ ਭੱਤੇ ਸਰਕਾਰੀ ਖਜ਼ਾਨੇ ਵਿੱਚੋਂ ਦਿੱਤੇ ਜਾਂਦੇ ਨੇ। ਅੱਗੇ ਪੜ੍ਹਦੇ ਹਾਂ ਜੀ ਆਪਾਂ, ਰਾਜ ਦਾ ਜੋ ਐਡਵੋਕੇਟ ਜਨਰਲ ਆ ਉਹ ਕਿੱਦਾਂ ਨਿਯੁਕਤ ਹੁੰਦਾ ਤੇ ਉਸ ਦੀਆਂ ਸ਼ਕਤੀਆਂ ਕੀ ਨੇ। ਆਰਟੀਕਲ ਨੰਬਰ 165 ਵਿੱਚ ਲਿਖਿਆ ਜੀ, ਹਰੇਕ ਰਾਜ ਦਾ ਰਾਜਪਾਲ ਹਾਈ ਕੋਰਟ ਦੇ ਜੱਜ ਨਿਯੁਕਤ ਹੋਣ ਲਈ ਜ਼ਰੂਰੀ ਯੋਗਤਾ ਹੋਣ ਵਾਲੇ ਕਿਸੇ ਵਿਅਕਤੀ ਨੂੰ ਰਾਜ ਦਾ ਐਡਵੋਕੇਟ ਜਨਰਲ ਨਿਯੁਕਤ ਕਰਦਾ। ਜੋ ਸਾਡੇ ਰਾਜ ਦਾ ਰਾਜਪਾਲ ਹੁੰਦਾ ਜੀ, ਉਹ ਹਾਈ ਕੋਰਟ ਦੇ ਜੱਜ ਦੀ ਨਿਯੁਕਤੀ ਹੋਣ ਲਈ, ਹਾਈ ਕੋਰਟ ਦੇ ਜੋ ਜੱਜ ਆ ਉਹਦੇ ਨਿਯੁਕਤ ਹੋਣ ਲਈ ਜ਼ਰੂਰੀ ਯੋਗਤਾ ਹੋਣ ਵਾਲੇ ਕਿਸੇ ਅਜਿਹੇ ਵਿਅਕਤੀ ਨੂੰ ਰਾਜ ਦਾ ਜਨਰਲ ਐਡਵੋਕੇਟ ਨਿਯੁਕਤ ਕਰਦਾ ਜੋ ਉਸ ਦੇ ਅਹੁਦੇ ਲਈ ਯੋਗ ਆ। ਉਸ ਦਾ ਫਰਜ਼ ਹੋਵੇਗਾ ਕਿ ਰਾਜ ਨੂੰ, ਸਰਕਾਰ ਨੂੰ ਕਾਨੂੰਨ ਬਾਰੇ ਜਿਹੇ ਵਿਸ਼ਿਆਂ ਤੇ ਸਲਾਹ ਦੇਵੇ ਅਤੇ ਹੋਰ ਜਿਹੇ ਫਰਜ਼ਾਂ ਦਾ ਪਾਲਣ ਕਰੇ ਜੋ ਰਾਜਪਾਲ ਸਮੇਂ-ਸਮੇਂ ਜ਼ਰੂਰੀ ਸਮਝੇ, ਜਾਂ ਉਹਨਾਂ ਫਰਜ਼ਾਂ ਦਾ ਨਿਰਵਾਹ ਕਰਕੇ ਜੋ ਸੰਵਿਧਾਨ ਦੇ ਅਧੀਨ ਹੈ ਜਾਂ ਸੰਵਿਧਾਨ ਦੁਆਰਾ ਉਸ ਦੇ ਅਧੀਨ ਪ੍ਰਦਾਨ ਕੀਤੇ ਗਏ ਹਨ। ਜਿਹੜਾ ਸਾਡੇ ਰਾਜ ਦਾ ਐਡਵੋਕੇਟ ਜਨਰਲ ਹੁੰਦਾ ਜੀ, ਉਹ ਰਾਜ ਦੀ ਕੋਰਟ ਨੂੰ, ਹਾਈ ਕੋਰਟ ਨੂੰ ਤੇ ਰਾਜ ਦੇ ਰਾਜਪਾਲ ਨੂੰ ਸਲਾਹ ਮਸ਼ਵਰਾ ਦੇਣ ਲਈ ਹੁੰਦਾ ਕਿ ਇਸ ਕੰਮ ਵਿੱਚ ਇਸ ਤਰ੍ਹਾਂ ਅਸੀਂ ਫੇਰ ਬਦਲ ਕਰ ਸਕਦੇ ਹਾਂ, ਪਰ ਉਹ ਸੰਵਿਧਾਨ ਤੋਂ ਬਾਹਰ ਜਾ ਕੇ ਨਹੀਂ ਕੰਮ ਕਰ ਸਕਦਾ। ਭਾਰਤ ਦੇ ਸੰਵਿਧਾਨ ਅਧੀਨ ਜੋ ਉਸ ਦੀਆਂ ਸ਼ਕਤੀਆਂ ਨੇ ਉਸ ਦੇ ਆਧਾਰ ਤੇ ਹੀ ਕੰਮ ਕਰ ਸਕਦਾ, ਪਰ ਉਹ ਇਸ ਸੰਵਿਧਾਨ ਤੋਂ ਬਾਹਰ ਜਾ ਕੇ ਆਪਣੇ ਕਿਸੇ ਸ਼ਕਤੀ ਦਾ ਪ੍ਰਯੋਗ ਨਹੀਂ ਕਰ ਸਕਦਾ। ਅੱਗੇ ਪੜ੍ਹਦੇ ਹਾਂ ਜੀ ਆਪਾਂ, ਸਰਕਾਰੀ ਕਾਰਜ ਦਾ ਸੰਚਾਲਨ। ਆਰਟੀਕਲ ਨੰਬਰ 166, ਕਿਸੇ ਰਾਜ ਦੀ ਸਰਕਾਰ ਦੀ ਸਮੁੱਚੀ ਕਾਰਜਪਾਲਿਕਾ ਕਾਰਵਾਈ ਰਾਜ ਦੇ ਨਾਂ ਤੇ ਹੋਈ ਸਮਝੀ ਜਾਵੇਗੀ। ਜੋ ਰਾਜ ਦੀ ਸਮੁੱਚੀ ਕਾਰਜਪਾਲਿਕਾ ਜੀ ਉਹ ਰਾਜਪਾਲ ਦੇ ਨਾਂ ਤੇ ਹੁੰਦੀ ਆ ਤੇ ਉਸ ਦੇ ਨਾਂ ਤੇ ਹੀ ਸਮਝੀ ਜਾਂਦੀ ਆ। ਰਾਜਪਾਲ ਰਾਜ ਸਰਕਾਰ ਦਾ ਕੰਮ ਅਧਿਕ ਸੁਵਿਧਾਪੂਰਵਕ ਕੀਤੇ ਜਾਣ ਸੰਵਿਧਾਨਕ ਨਿਯਮਾਂ ਅਨੁਸਾਰ ਆਪਣੇ ਵਿਵੇਕਾਂ ਦੀ ਵਰਤੋਂ ਕਰਦੇ ਹੋਏ
ਮੰਤਰੀਆਂ ਵਿਚਕਾਰ ਕਾਰਜ ਵੰਡਣ ਦੀ ਨੀਂਹ ਬਣਾਏਗਾ। ਜੋ ਸਾਡੇ ਰਾਜ ਦਾ ਰਾਜਪਾਲ ਆ ਜੀ, ਉਹ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਇਸ ਭਾਰਤ ਦੇ ਸੰਵਿਧਾਨ ਅਧੀਨ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਇੱਕ ਮੰਤਰੀਆਂ ਨੂੰ ਕਾਰਜ ਬਣਦਾ ਜੀ, ਤੇਰਾ ਆ ਅਹੁਦਾ ਕਿ ਤੇਰਾ ਆ ਅਹੁਦਾ, ਤੇ ਉਸ ਅਹੁਦੇ ਅਨੁਸਾਰ ਤੁਸੀਂ ਕੰਮ ਕਰਦੇ ਹੋ। ਇਹ ਰਾਜਪਾਲ ਦਾ ਜੋ ਸਰਕਾਰੀ ਸੰਚਾਲਨ ਹੈ ਜੀ, ਉਸ ਕਾਰਜ ਅਨੁਸਾਰ ਉਹ ਕੰਮ ਕਰਦਾ। ਅੱਗੇ ਪੜ੍ਹਦੇ ਹਾਂ ਜੀ ਆਰਟੀਕਲ ਨੰਬਰ 167। ਹਰ ਰਾਜ ਦੇ ਮੁੱਖ ਮੰਤਰੀ ਦਾ ਇਹ ਫਰਜ਼ ਹੋਵੇਗਾ ਕਿ ਉਹ ਰਾਜ ਦੇ ਪ੍ਰਸ਼ਾਸਨਕ ਸੰਬੰਧੀ ਸਾਰੇ ਮੰਤਰੀ ਮੰਡਲ ਦੇ ਫੈਸਲਿਆਂ ਤੋਂ ਰਾਜਪਾਲ ਨੂੰ ਜਾਣੂ ਕਰਵਾਵੇ। ਜਿਹੜੀ ਜਾਣਕਾਰੀ ਰਾਜਪਾਲ ਮੰਗੇ ਉਹ ਜਾਣਕਾਰੀ ਦਿੱਤੀ ਜਾਵੇ। ਜੋ ਸਾਡੇ ਰਾਜ ਦਾ ਮੁੱਖ ਮੰਤਰੀ ਆ ਜੀ, ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਪੰਜਾਬ ਦਾ ਮੁੱਖ ਮੰਤਰੀ ਆ ਸਰਦਾਰ ਚਰਨਜੀਤ ਸਿੰਘ ਚੰਨੀ, ਉਸ ਦੇ ਕੋਲ ਜੋ ਵੀ ਅਧਿਕਾਰ ਆਉਂਦੇ ਨੇ ਜਾਂ ਜੋ ਕੰਮ ਕਰਨ ਦੇ ਨਿਯਮ ਆਉਂਦੇ ਨੇ, ਉਸ ਦੀ ਜਾਣਕਾਰੀ ਉਹ ਪੰਜਾਬ ਦੇ ਰਾਜ ਦੇ ਰਾਜਪਾਲ ਨੂੰ ਦਿੰਦਾ, ਤੇ ਉਹ ਜੋ ਉਹਦੇ ਕੰਮ ਕਰਦਾ ਉਸ ਪ੍ਰਤੀ ਰਾਜਪਾਲ ਜੋ ਜਾਣਕਾਰੀ ਮੰਗਦਾ ਉਸ ਨੂੰ ਉਹ ਜਾਣਕਾਰੀ ਪੂਰੀ ਮੁਹੱਈਆ ਕਰਵਾਉਂਦਾ। ਸੋ ਇਹ ਰਾਜ ਦੇ ਰਾਜਪਾਲ ਤੇ ਮੁੱਖ ਮੰਤਰੀ ਦੇ ਕੰਮ ਹੁੰਦੇ ਨੇ ਜੀ। ਜੋ ਰਾਜ ਦਾ ਮੁੱਖ ਮੰਤਰੀ ਜਾਂ ਰਾਜਪਾਲ ਹੁੰਦਾ ਜੀ, ਉਹ ਮਿਲ ਕੇ ਕੰਮ ਕਰਦੇ ਨੇ। ਸੋ ਅੱਜ ਆਪਾਂ ਆਰਟੀਕਲ ਨੰਬਰ 167 ਤੱਕ ਤੁਹਾਨੂੰ ਜਾਣਕਾਰੀ ਮੁਹੱਈਆ ਕਰਵਾਈ ਆ, ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਜਾਣਕਾਰੀ ਤੋਂ ਸੰਤੁਸ਼ਟ ਹੋਏ ਹੋਵੋਗੇ। ਕੱਲ ਨੂੰ ਆਪਾਂ ਪੜਾਂਗੇ ਜੀ ਅਧਿਆਏ 3 ਰਾਜ ਦਾ ਵਿਧਾਨ ਮੰਡਲ ਸੰਧਾਰਨ ਤੇ ਆਰਟੀਕਲ ਨੰਬਰ 168। ਸੋ ਮੈਂ ਬਾਰ-ਬਾਰ ਇਹੀ ਬੇਨਤੀਆਂ ਕਰਦਾ, ਇਹੀ ਗੁਜ਼ਾਰਿਸ਼ਾਂ ਕਰਦਾ ਤੁਹਾਡੇ ਚਰਨਾਂ ਦੇ ਵਿੱਚ ਕਿ ਭਾਰਤ ਦੇ ਸੰਵਿਧਾਨ ਨੂੰ ਵੱਧ ਤੋਂ ਵੱਧ ਪੜ੍ਹੋ, ਵਿਚਾਰੋ ਤੇ ਸਮਝਣ ਦੀ ਕੋਸ਼ਿਸ਼ ਕਰੋ। ਇਹ ਭਾਰਤ ਦਾ ਸੰਵਿਧਾਨ ਤੁਹਾਡੇ ਲੋਕਾਂ ਦੇ ਆਪਣੇ ਮੌਲਿਕ ਅਧਿਕਾਰਾਂ ਦਾ ਹੈ। ਮੈਂ ਵਾਰ-ਵਾਰ ਇੱਕੋ ਹੀ ਬੇਨਤੀ ਕਰਦਾ, ਆਪਣੇ ਬੱਚਿਆਂ ਨੂੰ ਮੌਤ ਭਰੀ ਨਰਕ ਦੀ ਜ਼ਿੰਦਗੀ ਨਾ ਦਿਓ। ਤੁਹਾਡੇ ਬੱਚੇ ਹੀ ਆਉਣ ਵਾਲੇ ਸਮੇਂ ਦਾ ਭਵਿੱਖ ਨੇ। ਇੱਕੋ ਹੀ ਗੱਲ ਮੈਂ ਵਾਰ-ਵਾਰ ਇਸ ਲਈ ਕਹਿਣਾ ਕਿ ਤੁਹਾਡੀਆਂ ਬੰਦ ਪਈਆਂ ਦਰਵਾਜ਼ਿਆਂ ਨੂੰ ਮੈਂ ਖੋਲ੍ਹ ਸਕਾਂ, ਬੰਦ ਪਈਆਂ ਘਰਾਂ ਵਿੱਚ ਖਿੜਕੀਆਂ ਨੂੰ ਖੋਲ੍ਹ ਸਕਾਂ, ਤਾਂ ਇੱਕ ਰੋਸ਼ਨੀ ਦੀ ਕਿਰਨ ਸਾਡੇ ਘਰਾਂ ਵਿੱਚ ਦਾਖਲ ਹੋਵੇ ਤੇ ਉਹ ਕਿਰਨ ਤੁਹਾਡੇ ਬੱਚਿਆਂ ਵਿੱਚ ਪੈ ਕੇ ਤੁਹਾਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਇੱਕ ਝਲਕ ਦਿਖਾਵੇ। ਸੋ ਪਿਆਰੇ ਦੋਸਤੋ, ਮੈਂ ਬਾਰ-ਬਾਰ ਇਹੀ ਅਪੀਲ ਕਰਦਾ, ਭਾਰਤ ਦਾ ਸੰਵਿਧਾਨ ਤੁਹਾਡੇ ਆਪਣੇ ਲੋਕਾਂ ਦਾ ਮੌਲਿਕ ਅਧਿਕਾਰਾਂ ਦਾ ਹੈ। ਇਹ ਭਾਰਤ ਦੇ ਸੰਵਿਧਾਨ ਕਿਸੇ ਜਾਤੀ, ਕਿਸੇ ਧਰਮ ਜਾਂ ਕਿਸੇ ਮਜ਼ਹਬ, ਕਿਸੇ ਤਬਕੇ ਦਾ ਨਹੀਂ। ਇਹ ਚੰਦ ਲੋਕਾਂ ਨੇ ਸਾਨੂੰ ਆਪਣੀਆਂ ਸਿਆਸਤਾਂ ਵਿੱਚ ਉਲਝਾ ਸਕਿਆ। ਸਾਡਾ ਹਿੰਦੂ ਮੁਸਲਿਮ ਸਿੱਖ ਭਾਈਚਾਰਾ ਇੱਕੋ ਹੀ ਹੈ, ਅਸੀਂ ਇੱਕੋ ਹੀ ਸਮਾਨਤਾ ਨਾਲ ਰਹਿੰਦੇ ਹਾਂ। ਹਰ ਇੱਕ ਘਰ ਵਿੱਚ ਹਿੰਦੂ ਵੀ ਰਹਿੰਦਾ, ਮੁਸਲਿਮ ਵੀ ਰਹਿੰਦਾ, ਸਿੱਖ ਵੀ ਰਹਿੰਦਾ, ਈਸਾਈ ਵੀ ਰਹਿੰਦਾ। ਅਸੀਂ ਸਾਂਝੀਵਾਲਤਾ, ਭਾਈਵਾਲਤਾ, ਏਕਤਾ, ਅਖੰਡਤਾ ਬਣਾ ਕੇ ਰੱਖਣੀ ਹੈ, ਕਿ ਯੂਨਿਟੀ ਦੇ ਵਿੱਚ ਰਹਿਣਾ, ਤਾਂ ਕਿ ਅਸੀਂ ਆਪਣੇ ਆਪ ਨੂੰ ਆਪਣੇ ਰਾਜ ਪ੍ਰਤੀ, ਆਪਣੇ ਭਾਰਤ ਪ੍ਰਤੀ ਅਰਪਿਤ ਕਰ ਸਕੀਏ। ਹਰ ਨਾਗਰਿਕ ਦਾ ਫਰਜ਼ ਬਣਦਾ ਕਿ ਜਿਸ ਰਾਜ ਵਿੱਚ ਉਹ ਰਹਿੰਦਾ ਉਸ ਰਾਜ ਨੂੰ ਖੁਸ਼ਹਾਲੀ ਦੇਣ ਦੀ ਕੋਸ਼ਿਸ਼ ਕਰੇ, ਉਸ ਰਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਪੂਰਾ ਕਰੇ ਜੋ ਇੱਕ ਨਾਗਰਿਕ ਦੇ ਫਰਜ਼ ਹੁੰਦੇ ਨੇ ਤੇ ਕਰਤੱਵ ਹੁੰਦੇ ਨੇ। ਬਾਰ-ਬਾਰ ਇੱਕੋ ਹੀ ਬੇਨਤੀ ਹੈ, ਇਸ ਭਾਰਤ ਦੇ ਸੰਵਿਧਾਨ ਨੂੰ ਆਪਣੇ ਘਰਾਂ ਵਿੱਚ ਲਿਆਵੋ, ਆਪਣੇ ਬੱਚਿਆਂ ਦੇ ਸਕੂਲਾਂ ਬੈਗ ਵਿੱਚ ਸ਼ਾਮਲ ਕਰੋ, ਆਪਣੇ ਬੱਚਿਆਂ ਦੀ ਨਿੱਜੀ ਜ਼ਿੰਦਗੀ ਵਿੱਚ ਸੰਵਿਧਾਨ ਨੂੰ ਸ਼ਾਮਲ ਕਰੋ, ਤਾਂ ਕਿ ਤੁਹਾਡੇ ਬੱਚਿਆਂ ਨੂੰ ਆਪਣੇ ਮੌਲਿਕ ਅਧਿਕਾਰਾਂ ਪ੍ਰਤੀ ਜਾਗਰੂਕਤਾ ਮਿਲ ਸਕੇ। ਤੁਹਾਡੇ ਬੱਚੇ ਪੜ੍ਹ ਲਿਖ ਜਾਣਗੇ, ਇੱਕ ਵਧੀਆ ਸਿੱਖਿਆ ਪ੍ਰਾਪਤ ਕਰ ਲੈਣਗੇ, ਪਰ ਜਿੰਨਾ ਚਿਰ ਉਹ ਭਾਰਤ ਦੇ ਸੰਵਿਧਾਨ ਨੂੰ ਨਹੀਂ ਪੜ੍ਹਦੇ ਕਿ ਉਹਨਾਂ ਦੇ ਮੌਲਿਕ ਅਧਿਕਾਰ ਕੀ ਨੇ, ਉਹਨਾਂ ਚਿਰ ਉਹ ਆਪਣੇ ਅਹੁਦੇ ਦਾ ਜਾਂ ਆਪਣੇ ਪੜ੍ਹਾਈ ਦੀ ਸਹੀ ਤਰ੍ਹਾਂ ਵਰਤੋਂ ਨਹੀਂ ਕਰ ਸਕਣਗੇ। ਕਿਉਂਕਿ ਜੋ ਹੱਕ ਇਸ ਸੰਵਿਧਾਨ ਦੇ ਅੰਦਰ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਲੈ ਕੇ ਦਿੱਤੇ ਨੇ, ਉਹਨਾਂ ਨੂੰ ਪਾਉਣ ਲਈ ਇਸ ਭਾਰਤ ਦੇ ਸੰਵਿਧਾਨ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਪਿਆਰੇ ਵੀਰੋ, ਇੱਕ ਬੇਨਤੀ ਮੈਂ ਬਾਰ-ਬਾਰ ਕਰਦਾ ਰਹਿਣਾ ਕਿ ਮੇਤੋਂ ਭਾਰਤ ਦਾ ਸੰਵਿਧਾਨ ਪੜ੍ਹਦੇ ਸਮੇਂ ਜਾਂ ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਜਾਂ ਕਿਸੇ ਧਾਰਮਿਕ ਵਿਸ਼ੇ ਦੀ ਕਿਸੇ ਸਤਰ ਪ੍ਰਤੀ ਮੇਰੇ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਮੈਂ ਹੱਥ ਜੋੜ ਕੇ ਮਾਫੀ ਦਾ ਖਿਮਾ ਮੰਗਦਾ ਜੀ, ਮੈਨੂੰ ਮਾਫ ਕਰ ਦਿਓ। ਤੁਹਾਡੇ ਬੱਚੇ ਆ, ਤੁਹਾਡੇ ਹੀ ਜ਼ਿੰਦਗੀ ਵਿੱਚ ਤੁਹਾਨੂੰ ਹੀ ਸੰਤੁਸ਼ਟੀ ਦੇਣ ਲਈ ਵੀਡੀਓ ਬਣਾ ਕੇ ਪਾਉਣਾ, ਤਾਂ ਕਿ ਤੁਹਾਨੂੰ ਤੁਹਾਡੇ ਮੌਲਿਕ ਅਧਿਕਾਰਾਂ ਦਾ ਪਤਾ ਲੱਗ ਸਕੇ। ਸੋ ਅਗਰ ਮੇਰੀ ਵੀਡੀਓ ਤੁਹਾਨੂੰ ਵੱਧ ਤੋਂ ਵਧੀਆ ਲੱਗੀ ਹੋਵੇ
ਤਾਂ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ, ਲਾਈਕ ਕਰਿਆ ਕਰੋ, ਤਾਂ ਕਿ ਤੁਹਾਨੂੰ ਹੋਰ ਮੁੱਢਲੀਆਂ ਜਾਣਕਾਰੀਆਂ ਦੇ ਸਕਾਂ। ਇੰਨੀਆਂ ਕੁ ਬੇਨਤੀਆਂ ਕਬੂਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।